ਗੁਰਪ੍ਰੀਤ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਬਿਲੋਂਗ ਟੂ ਦ ਲਾਰਡ, ਆਲ ਵਿਕਟਰੀਜ਼ ਆਰ ਇਨ ਹਿਜ਼ ਨੇਮ, ਹੀ ਇਜ਼ ਦ ਟਰੁਥ ਐਂਡ ਟਰੁਥ ਟ੍ਰਾਇੰਫਸ। ਸਾਧ ਸੰਗਤ, ਪਿਛਲੇ ਪ੍ਰੋਗਰਾਮ 'ਚ ਡਿਸਕਸ਼ਨ ਚੱਲ ਰਹੀ ਸੀ ਕਿ ਅਸੀਂ ਕਿੱਥੇ ਮਾਰ ਖਾ ਗਏ ਹਾਂ ਜਾ ਕੇ, ਕਿ ਕਿੱਥੇ ਜਾ ਕੇ ਸਾਡੀ ਜਿਹੜੀ ਅੱਜ ਜਿੱਥੇ ਅਸੀਂ ਪਹੁੰਚੇ ਹਾਂ ਉਹਦੀ ਜੜ ਕਿੱਥੇ ਹੈ। ਉਸ ਜੜ ਨੂੰ ਅਸੀਂ ਫਿਰ ਜਾਰੀ ਰੱਖਦੇ ਹਾਂ। ਔਰ ਗੁਲਸ਼ਨ ਸਾਹਿਬ ਹੈਗੇ ਨੇ ਸਾਡੇ ਸਟੂਡੀਓ 'ਚ। ਗੁਲਸ਼ਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਜਿਹੜਾ ਐਮਪਲੋਏ ਔਰ ਐਮਪਲੋਇਰ ਦਾ ਕਨਸੈਪਟ ਦਿੱਤਾ ਹੈ, ਜੀ ਜੀ ਜੀ, ਉਹ ਤੇ ਇੱਥੋਂ ਤੱਕ ਪਹੁੰਚ ਗਿਆ ਇਸ ਵੇਲੇ ਕਿ ਜਿਹੜਾ ਸਾਡੇ ਅਕਾਲ ਤਖਤ ਦਾ ਜਥੇਦਾਰ ਹੈ ਉਹ ਵੀ ਐਮਪਲੋਏ ਬਣਿਆ ਹੋਇਆ ਕਿ ਬਣਾਇਆ ਹੋਇਆ ਅਸਾਂ ਨੇ? ਕੋਈ ਆਪਣੇ ਆਪ ਬਣ ਗਿਆ ਕਿ ਅਸੀਂ ਬਣਾ ਲਿਆ ਉਹਨੂੰ? ਅਸੀਂ ਬਣਾ ਕੇ ਤੋਰ ਰਹੇ ਹਾਂ ਨਾ। ਅਸੀਂ ਜਦੋਂ ਕਹਿੰਦੇ ਹਾਂ ਵੀ ਸਮੁੱਚੇ ਕੌਮ ਦਾ ਜਥੇਦਾਰ, ਮੈਂ ਕਹਿ ਰਿਹਾ, ਮੈਂ ਵੀ ਮੰਨਦਾ ਵੀ ਕੌਮ ਦੇ ਜਥੇਦਾਰ ਨੇ, ਠੀਕ ਹੈ। ਪਰ ਦੂਜਾ ਜਿਹੜਾ ਪਾਸਾ ਹੈ, ਜਦੋਂ ਅਸੀਂ ਇੰਪਲਾਈ ਵਾਲੀ ਗੱਲ ਕਰਦੇ ਹਾਂ ਵੀ ਉਹ ਜੀ ਬਿਲਕੁਲ ਫਲਾਣੇ ਦੇ ਵਿਰੁੱਧ ਵੀ ਡਟ ਜਾਣ, ਉਹ ਵੀ ਆਹ ਵੀ ਗੱਲ ਕਰ ਲੈਣ, ਉਹ ਆਹ ਵੀ ਗੱਲ ਕਰ ਲੈਣ, ਹਾਊ ਇਜ਼ ਇਟ ਪੋਸੀਬਲ? ਅਸੀਂ ਪੋਸੀਬਿਲਿਟੀਜ਼ ਵੇਖਦੇ ਹਾਂ ਕਿ ਇਹ ਸਾਰੀਆਂ ਗੱਲਾਂ ਸੰਭਵ ਹੋ ਸਕਦੀਆਂ ਨੇ। ਕਿਵੇਂ ਸੰਭਵ ਹੋ ਸਕਦੀਆਂ ਨੇ? ਇੱਕ ਇੰਪਲਾਇਰ ਹੈ, ਦੂਜਾ ਇੰਪਲਾਈ ਹੈ, ਇਹ ਕਿਵੇਂ ਸੰਭਵ ਹੋ ਸਕਦੀਆਂ ਨੇ? ਮੈਨੂੰ ਖਿਮਾ ਕਰਨਾ, ਅਸੀਂ ਉਦਾਹਰਨਾਂ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਜਾਂ ਦੂਜੇ ਤੀਜਿਆਂ ਦੀਆਂ ਨਾ ਦਈਏ ਅਸੀਂ ਵੀ ਦੇਖੋ ਜੀ ਜਿਹੜੇ ਐਡੀ ਵੱਡੀ ਚੇਅਰ ਤੇ ਬੈਠੇ ਨੇ ਪ੍ਰੈਜ਼ੀਡੈਂਟ ਨੇ, ਤੇ ਉਹ ਵੀ ਤਾਂ ਤਨਖਾਹ ਲੈਂਦੇ ਨਹੀਂ ਜਾਂ ਕੁਛ ਵੀ ਹੈਗਾ ਹੈ, ਲੇਕਿਨ ਫਿਰ ਵੀ ਨਾ ਉਹਨਾਂ ਦੀ ਕੋਈ ਅਥਾਰਟੀ ਹੈ। ਇੱਥੇ ਕਹਿਣ ਨੂੰ ਅਥਾਰਟੀ ਹੈ, ਮੈਂ ਤਾਂ ਇਉਂ ਦੇਖਦਾ। ਜਿਵੇਂ ਅਸੀਂ ਲੋਕਲ ਕਹਿੰਦੇ ਨੇ ਵੀ ਇਹ ਗੁਰੂ ਕੇ ਵਜ਼ੀਰ ਨੇ, ਵਜ਼ਾਰਤਾਂ ਕਾਹਦੀਆਂ ਨੇ? ਕਿੱਥੇ ਵਜ਼ਾਰਤ? ਠੀਕ ਹੈ, ਸੁੱਚੇ ਹਿਰਦਿਆਂ, ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ, ਜਿਨ੍ਹਾਂ ਅੰਦਰ ਗੁਰੂ ਕਾ ਸ਼ਬਦ ਦਾ ਪਿਆਰ ਹੈ, ਸ਼ਬਦ ਸੁਣਾਉਣ ਵਾਲਿਆਂ ਦਾ ਵੀ ਵੱਖਰੇ ਵੱਖਰੇ ਵਿਸ਼ੇਸ਼ਣ ਦੇ ਨਾਲ ਉਹ ਸਤਿਕਾਰ ਕਰਦੇ ਨੇ। ਪਰ ਜਦੋਂ ਗੁਰੂ ਕੇ ਵਜ਼ੀਰ ਆਖਦੇ ਹਾਂ, ਵਜ਼ੀਰ ਆਖਦੇ ਹਾਂ, ਵਜ਼ਾਰਤਾਂ ਕਿੱਥੇ ਹੁੰਦੀਆਂ ਨੇ ਸਾਡੀਆਂ? ਕਿਤੇ ਵੀ ਨਹੀਂ। ਇਸੇ ਤਰ੍ਹਾਂ ਜਿਹੜੇ ਜਥੇਦਾਰ ਸੀ ਕਹਿੰਦੇ ਸਾਰੇ ਸਮੁੱਚੇ ਕੌਮ ਦੇ ਜਥੇਦਾਰ ਨੇ। ਉਹਨੂੰ ਪਤਾ ਹੁੰਦਾ, ਪਤਾ ਨਹੀਂ ਵੀ ਕਿਸ ਵੇਲੇ ਸਵੇਰੇ ਕਰ ਦੇਣਾ ਕਿ ਦੁਪਹਿਰੀ ਕਰ ਦੇਣਾ ਕਿ ਸ਼ਾਮ ਨੂੰ ਕਰ ਦੇਣਾ, ਕਹਿੰਦਾ ਜਾਓ ਜੀ ਘਰ। ਆਹ ਜਿਹੜੀ ਗੱਲ ਹੈ ਨਾ, ਆਹ ਜਿਹੜੀ ਗੱਲ ਹੈ, ਇਹ ਕੋਆਰਡੀਨੇਟ ਨਹੀਂ ਚੱਲਣ ਦੇ ਰਹੀ। ਅੱਛਾ, ਸੋ ਇਸ ਵਾਸਤੇ ਅਗਰ ਇਹ ਕੋਆਰਡੀਨੇਸ਼ਨ ਨਹੀਂ ਚੱਲ ਸਕਦੀ, ਹਾਂਜੀ, ਸੋ ਹੁਣ ਕੁਐਸਚਨ ਇਹ ਆ ਗਿਆ ਤੁਹਾਡੇ ਸਾਹਮਣੇ ਜੀ ਜੀ ਕਿ ਜਿਸ ਕੋਲੇ ਪਾਵਰ ਹੈ ਜੀ, ਉਹ ਛੱਡਣ ਨੂੰ ਤਿਆਰ ਨਹੀਂ ਜੀ, ਉਹ ਦੇਣ ਨੂੰ ਤਿਆਰ ਨਹੀਂ। ਜਿਸ ਕੋਲੇ ਪ੍ਰਚਾਰ ਹੈ, ਉਹ ਪ੍ਰਚਾਰ ਕਹਿੰਦਾ ਮੈਂ ਤਾਂ ਉਹਨੂੰ ਖੁਸ਼ ਕਰਨਾ, ਮੈਂ ਜਿਸ ਬਾਣੀ ਨੂੰ ਮੈਂ ਪ੍ਰਚਾਰਨਾ ਉਹਨੂੰ ਪਤਾ, ਉਹਦਾ ਮੇਰਾ ਨਾਲ ਤਾਲੁਕ ਕੋਈ ਨਹੀਂ, ਉਹ ਪ੍ਰਚਾਰਦਾ ਨਹੀਂ ਉਹਨੂੰ। ਜਾਂ ਤੇ ਉਹ ਬਿਲਕੁਲ, ਜਾਂ ਤੇ ਉਹ ਉਹੋ ਜਿਹਾ ਪ੍ਰਚਾਰ ਕਰ ਰਿਹਾ ਜਿਹੜਾ ਉਹ ਐਮਪਲਾਇਰ ਜਿਹੜਾ ਉਹ ਕਹਿ ਰਿਹਾ ਉਹਨੂੰ ਕਿ ਤੂੰ ਆਹ ਪ੍ਰਚਾਰ ਕਰ। ਮੈਂ ਪਰਸੋਂ ਚੌਥੇ ਵੀ ਨਾ ਇੱਕ ਥਾਂ ਤੇ ਬਜ਼ੁਰਗ ਇੱਕ ਵਚਨ ਕਰਦੇ ਪਏ ਸੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਦੀ ਗ੍ਰੰਥੀ ਬਣੇ ਹੋ ਗੁਰਦੁਆਰੇ? ਮੈਂ ਤਾਂ ਨਹੀਂ ਬਣਿਆ। ਮੈਂ ਕਿਹਾ ਤੁਸੀਂ ਪਹਿਲਾਂ ਥੋੜ੍ਹਾ ਜਿਹਾ ਘੱਟੋ ਘੱਟ 2.5-3 ਸਾਲ ਗ੍ਰੰਥੀ ਬਣੋ, ਫਿਰ ਤੁਹਾਨੂੰ ਪਤਾ ਲੱਗ ਜਾਵੇ ਕਿ ਗ੍ਰੰਥੀ ਨੇ ਕਿਵੇਂ ਚੱਲਣਾ ਹੁੰਦਾ ਹੈ, ਗ੍ਰੰਥੀ ਦੀ ਲਾਈਫ ਕਿਵੇਂ ਅਸੀਂ ਦੁੱਬਰ ਕਰ ਦਿੰਦੇ ਹਾਂ, ਦੁੱਬਰ ਔਖੀ ਕਰ ਦਿੰਦੇ ਹਾਂ ਜੇ ਸਾਡੀ ਮਰਜ਼ੀ ਅਨੁਸਾਰ ਨਹੀਂ ਚੱਲਦਾ। ਉਹ ਗੁਰਮਤਿ ਤਾਂ ਗੱਲ ਹੀ ਛੱਡੋ ਨਾ, ਗੁਰਮਤਿ ਤਾਂ ਗੱਲ ਛੱਡੋ ਨਾ, ਵੀ ਉਹ ਗੁਰਮਤਿ ਅਨੁਸਾਰ ਨਹੀਂ ਚੱਲ ਰਿਹਾ ਤੇ ਅਸੀਂ ਆਖੀਏ ਇਹ ਤਾਂ ਗੱਲ ਹੋਈ ਨਾ, ਸਮਝਣ ਵਾਲੀ ਹੈ। ਹਾਂ, ਅਸੀਂ ਚਲਾਉਣੀ ਮਰਜ਼ੀ ਨਾਲ ਚਾਹੁੰਦੇ ਹਾਂ, ਗੁਰਮਤਿ ਦਾ ਕੀ ਵਾਸਤਾ ਉੱਥੇ? ਔਰ ਇਹ ਐਮਪਲਾਈ ਤੇ ਐਮਪਲਾਇਰ ਵਾਲੀ ਜਿਹੜੀ ਗੱਲ ਹੈ ਨਾ, ਸਾਨੂੰ ਉਸ ਨੂੰ ਬਹੁਤ ਸੀਰੀਅਸਲੀ ਲੈ ਕੇ ਸਮਝ ਕੇ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਇਹ ਪ੍ਰਚਾਰਕ ਉਸ ਨੂੰ ਅਗਵਾਈ ਦੇਣ, ਜਾਂ ਉਹ ਜਨਰੇਸ਼ਨ ਜਿਹੜੀ ਹੈ ਸਾਡੀ ਉਹ ਇਹਨਾਂ ਦੀ ਅਗਵਾਈ ਮੰਨੇ, ਪ੍ਰਚਾਰ ਨੂੰ ਮੰਨੇ, ਤਾਂ ਇਸ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਪ੍ਰਚਾਰ ਕਰਨ ਵਾਲਿਆਂ ਦਾ ਸਤਿਕਾਰ ਖਾਸ ਤੌਰ 'ਤੇ ਕਾਇਮ ਰੱਖਿਆ ਜਾਏ। ਜ਼ਬਾਨੀ ਕਲਾਮੀ ਨਹੀਂ ਰਿਹਾ ਵੀ ਕਦੀ ਕਦੀ ਜਿਵੇਂ ਅਸੀਂ ਆਖਿਆ ਉਵੇਂ ਹੋ ਗਿਆ ਤੇ ਨਾ ਆਖੀਏ ਤੇ ਕੁਝ ਵੀ ਨਾ ਹੋਇਆ। ਸਿਰਫ ਐਵੇਂ ਨਾ ਕੀਤਾ ਜਾਵੇ, ਬਲਕਿ ਉਹਨਾਂ ਨੂੰ ਕੋਈ ਨਾ ਅਥਾਰਟੀ ਦਿੱਤੀ ਜਾਵੇ ਤਾਂ ਕਿ ਬੱਚਿਆਂ ਦੇ ਉੱਪਰ ਪ੍ਰਭਾਵ ਹੋਵੇ, ਜੋ ਇਹਨਾਂ ਨੇ ਆਖਿਆ ਹੈ ਇਹ ਕਰ ਵੀ ਸਕਦੇ ਨੇ, ਇਹ ਹੈ ਵੀ ਠੀਕ ਸਾਰਾ ਕੁਝ। ਤੁਸੀਂ ਦੂਸਰੇ ਲਫ਼ਜ਼ਾਂ 'ਚ ਇਹ ਕਹਿ ਰਹੇ ਹੋ ਕਿ ਜੇ ਮੈਂ ਪ੍ਰਚਾਰਕ ਬਣਨਾ ਜੀ ਜੀ
ਤੇ ਮੈਂ ਜਿਹੜੀ ਟ੍ਰੇਨਿੰਗ ਲੈਣਾ, ਮੈਂ ਜਿਹੜੀ ਨੌਲੇਜ ਲੈਣਾ, ਮੈਂ ਜਿਹੜੀ ਆਪਣਾ 2 ਸਾਲ 3 ਸਾਲ 4 ਸਾਲ ਲਗਾਉਣਾ, ਜਿਹੜਾ ਕਿ ਕੀ ਕਹਿੰਦੇ ਆ ਐਮਪਲੋਇਰ ਨੇ ਕਾਲਜ ਚਲਾਇਆ ਹੋਇਆ, ਉਸ ਕਾਲਜ ਦੇ ਵਿੱਚ ਰਹਿਣ ਤੋਂ ਬਾਅਦ ਇਹ ਪਰਨ ਕਰਕੇ ਆਉਣਾ ਨੇ ਕਿ ਮੈਂ ਗੁਰਬਾਣੀ ਦਾ ਪ੍ਰਚਾਰ ਕਰਨਾ, ਲੇਕਿਨ ਐਮਪਲੋਇਰ ਮੈਨੂੰ ਕਰਨ ਨਹੀਂ ਦਿੰਦਾ। ਸੋ ਉਹ ਮੇਰੇ 4 ਸਾਲ ਜਿਹੜੇ ਲਾਏ ਆ, ਜਿਹੜੀ ਉਹ ਮੇਰੇ ਕੋਲ ਵਿਦਿਆ, ਉਹ ਤੇ ਵੇਸਟ ਗਈ, ਜਾ ਰਹੀ ਹੈ। ਐਮ ਆਈ ਰਾਈਟ অর ਰੌਂਗ? ਦੇਖੋ, ਮੈਂ ਜਿਹੜੀ ਕਾਲਜ ਵਾਲੀ ਤੁਸੀਂ ਗੱਲ ਕੀਤੀ ਹੈ, ਪਿਛਲੇ ਸਮਿਆਂ ਵਿੱਚ ਮੈਨੂੰ 1-2 ਵਾਰੀ ਉਹ ਸੱਜਣ ਮਿਲੇ, ਕਹਿਣ ਜਿਹੜੇ ਸ਼੍ਰੋਮਣੀ ਕਮੇਟੀ ਨੇ ਜਿਸ ਵੇਲੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਬੈਚ ਇੱਕ ਟ੍ਰੇਨਡ ਕੀਤਾ ਸੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਨਾ, ਆਮ ਲੈ ਜਾਂਦੇ ਸਨ ਮੈਟ੍ਰਿਕ ਪਾਸ, ਉਹਨਾਂ ਦੇ ਬੈਚ ਤਾਂ ਅਜੇ ਵੀ ਚੱਲਦੇ ਨੇ, ਹੁਣ ਉਵੇਂ ਚੱਲ ਹੀ ਰਹੇ ਨੇ। ਇੱਕ ਬੈਚ ਉਹਨਾਂ ਨੇ ਲਿਆ ਸੀ ਜਿਨ੍ਹਾਂ ਨੇ ਨਾ ਗ੍ਰੈਜੂਏਸ਼ਨ ਕੀਤੀ ਸੀ, ਇਸ ਤੋਂ ਵਧੇਰੇ ਪੜ੍ਹੇ ਸਨ, ਐਮ ਏ ਪਾਸ ਤਕਰੀਬਨ ਵਿਦਿਆਰਥੀ ਲਏ, ਇੱਕ ਬੈਚ ਉਹਨਾਂ ਨਾਲ ਉਹ ਲਿਆ। ਉਸ ਦੇ ਵਿੱਚ ਪੜ੍ਹੇ ਸਿੱਖੇ ਹੋਏ ਉਹਨਾਂ ਵਿੱਚੋਂ ਇੱਕ ਸੱਜਣ ਮੇਰੇ ਕੋਲ ਇਹ ਗੱਲ ਡਿਸਕਲੋਜ਼ ਕਰ ਰਿਹਾ ਸੀ, ਕਹਿੰਦਾ ਕੌਮ ਦੀ ਬੇਰੁਖੀ ਕਰਕੇ, ਬੇਧਿਆਨੀ ਕਰਕੇ, ਕਹਿੰਦੇ ਸਾਡਾ ਜਿਤਨਾ ਬੈਚ ਨਿਕਲਿਆ ਸੀ ਉਸ ਸਾਰੇ ਬੈਚ ਵਿੱਚੋਂ ਸਿਰਫ ਇੱਕ ਜਿਹੜਾ ਸੀ ਨਾ ਵਿਦਿਆਰਥੀ ਜਿਸ ਨੇ ਟ੍ਰੇਨਿੰਗ ਲਈ, ਉਹ ਪ੍ਰਚਾਰ ਖੇਤਰ ਵਿੱਚ ਰਹਿ ਗਿਆ, ਬਾਕੀ ਸਾਰੇ ਹੀ ਆਪਣਾ ਆਪਣਾ ਜਿਹੜਾ ਸੀ ਨਾ ਸਭ ਕੁਝ ਬਦਲ ਗਿਆ, ਕੋਈ ਕਿਸੇ ਵਿਹਾਰ ਜਾ ਲੱਗਾ, ਕੋਈ ਕਿਸੇ ਪਾਸੇ ਜਾ ਲੱਗਾ, ਕੋਈ ਕਿਸੇ ਪਾਸੇ। ਐਮ ਆਈ ਰਾਈਟ ਦਿਸ ਥਿੰਗ? ਇਹਦੇ ਵਿੱਚ ਇਹ ਵੀ ਇੱਕ ਤਰੁੱਟੀ ਆ ਇਸ ਐਮਪਲਾਈ ਦੇ ਵਿੱਚ, ਜਿਹੜੇ ਐਮਪਲਾਈ ਨੇ ਉਹਨਾਂ ਨੇ ਇਹ ਵੀ ਤਰੁੱਟੀ ਆ ਚੁੱਕੀ ਹੈ ਕਿ ਜਿਹੜੇ ਸਾਡੇ ਕੀਰਤਨੀਏ ਨੇ, ਹਾਂਜੀ, ਜਿਹੜੇ ਸਾਡੇ ਕਈ ਸਾਹਿਬਾਨ ਨੇ ਜੀ, ਆਈ ਹੈਵਨਟ ਸੀਨ ਇਟ, ਲੇਕਿਨ ਉਹਨਾਂ ਦੀਆਂ ਏਡੀਆਂ ਆਲੀਸ਼ਾਨ ਕੋਠੀਆਂ, ਇੰਨਾ ਸੁਖਾਲਾ ਜੀਵਨ, ਔਰ ਉਹ ਬਣ ਚੁੱਕਿਆ ਕਿ ਉਹ ਕਹਿੰਦੇ ਜੀ ਇਸ ਤਾਂ ਮਾਇਆ ਇਕੱਠੀ ਕਰਨੀ ਹੈ। ਐਮ ਆਈ ਰਾਈਟ অর ਰੌਂਗ? ਗੱਲ ਇਹ ਹੈ ਵੀ ਜਿਹੜਾ ਕੋਈ ਤੁਸੀਂ ਦੇਖਿਆ ਹੈ ਉਹ ਕੋਈ ਗਲਤ ਤਾਂ ਨਹੀਂ, ਜੇ ਤੁਹਾਨੂੰ ਕੋਠੀਆਂ ਦਿਸੀਆਂ ਨੇ ਤੇ ਕੋਠੀਆਂ ਗਲਤ ਥੋੜ੍ਹਾ ਹੋ ਸਕਦੀਆਂ ਨੇ, ਹੈਗੀਆਂ ਨੇ, ਸਭ ਕੁਝ ਹੈਗਾ ਹੈ। ਸਵਾਲ ਅਸੀਂ ਇਹ ਕਰ ਰਹੇ ਹਾਂ ਇੱਕ ਮੁਲਾਜ਼ਮ ਦਾ ਤੇ ਇੱਕ ਮਾਲਕ ਦਾ, ਜਿੱਥੇ ਸਾਡੀ ਖਰਾਬੀ ਦੀ ਜੜ ਹੈ, ਖਰਾਬੀ ਦੀ ਜੜ ਹੈ। ਮੁਲਾਜ਼ਮ ਸਾਰੇ ਕੋਈ ਭੁੱਖੇ ਤਾਂ ਨਹੀਂ ਮਰਨ ਵਾਲੇ ਹੈਗੇ, ਵੀ ਭੁੱਖੇ ਮਰਨ ਵਾਲੀ ਕੋਈ ਗੱਲ ਹੈ ਇਹ ਨਹੀਂ। ਸਵਾਲ ਅਜੇ ਅਸੀਂ ਜਿਹੜੀ ਹੈ ਨਾ ਇਕਨੋਮਿਕਲੀ ਅਸੀਂ ਉਸ ਪਾਸੇ ਉਸ ਪੱਖ ਨੂੰ ਵਿਚਾਰਿਆ ਨਹੀਂ ਹੈ। ਔਰ ਇਹ ਗੱਲ ਨਾ ਸਮੱਗ ਸਾਹਿਬ ਜ਼ਰੂਰ ਧਿਆਨ ਰੱਖਣੀ, ਸਾਰੇ ਕੋਠੀਆਂ ਵਾਲੇ ਨਹੀਂ ਹੈਗੇ। ਆਈ ਨੋ ਦੈਟ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਕੋਠੀਆਂ ਵਾਲੇ ਛੱਡਿਆ, ਸਾਰੇ ਕੋਠਿਆਂ ਵਾਲੇ ਵੀ ਨਹੀਂ ਹੈਗੇ। ਪਰ ਜਿਹੜੀ ਗੱਲ ਅਸੀਂ ਨਾ ਆਪਣੇ ਧਰਮ ਸਥਾਨਾਂ ਦੀ ਕਰਦੇ ਹਾਂ, ਅੰਦਰਲੀ ਜਿਹੜੀ ਸਾਡੀ ਧਰਮ ਖੁਸ਼ਬੂ ਕਿੱਧਰ ਚਲੀ ਗਈ ਤੇ ਕਿਉਂ ਚਲੀ ਗਈ, ਆਪਾਂ ਗੱਲ ਸਿਰਫ ਉਹ ਨਹੀਂ ਵਿਚਾਰ ਰਹੇ ਹਾਂ, ਉਹ ਨਹੀਂ ਵਿਚਾਰ ਰਹੇ ਹਾਂ। ਇੱਕ ਪਾਸੇ ਤਾਂ ਹਉਮੈ ਨੇ ਨਾ ਸਾਡਾ ਗਲਾ ਘੁੱਟ ਦਿੱਤਾ, ਵੋਟ ਵੀ ਚਾਹੀਦਾ ਤੇ ਨੋਟ ਵੀ ਚਾਹੀਦਾ। ਹਾਂਜੀ, ਹੁਣ ਅਗਲੀ ਜਿਹੜੀ ਗੱਲ ਹੈ ਵੀ ਪ੍ਰਬੰਧ ਇਉਂ ਪ੍ਰਬੰਧ ਕਰੇ ਤਾਂ ਕਿ ਨਾ ਵਧੇਰੇ ਇਕੱਠ ਹੋਵੇ, ਤੇ ਵਧੇਰੇ ਇਕੱਠ ਕੀ ਹੋਵੇ, ਵਧੇਰੇ ਚੜਾਵਾ ਚੜੇ, ਵਧੇਰੇ ਨੋਟ ਆਵੇ, ਇਹੀ ਗੱਲ ਹੈ ਨਾ। ਪ੍ਰਚਾਰਕ ਜਿਹੜਾ ਬਹਿ ਗਿਆ ਨਾ ਉਹਨੂੰ ਇਸ ਢੰਗ ਦਾ ਬਣਾ ਦਿੱਤਾ ਗਿਆ ਵੀ ਨੋਟ ਦੀ ਉਹ ਵੀ ਝਾਕ ਰੱਖੇ, ਜੇ ਪਾਠ ਕਰਨਾ ਉਹਨੇ ਤੇ ਤਾਂ ਕਰੇਗਾ ਤੇ ਨੋਟ ਮਿਲੇਗਾ, ਕੀਰਤਨ ਕਰਨਾ ਹੈ ਕਰੇਗਾ ਤੇ ਨੋਟ ਮਿਲੇਗਾ, ਕਥਾ ਕਰਨੀ ਹੈ ਕਰੇਗਾ ਤੇ ਨੋਟ ਮਿਲੇਗਾ, ਝਾਕ ਨੋਟ ਤੇ ਟਿਕਾਤੀ, ਧਨ ਤੇ ਟਿਕਾਤੀ। ਉਧਰ ਵੋਟ ਤੇ ਨੋਟ ਧਨ ਹੈ, ਇੱਧਰ ਵੀ ਧਨ ਹੈ, ਤੇ ਨਾਲ ਚਲੋ ਮਾਨ ਸਨਮਾਨ ਜਿਹੜੇ ਹੋ ਜਾਵੇ ਮਿਲ ਜਾਵੇ ਤੇ ਚੰਗੀ ਗੱਲ ਹੈਗੀ ਆ। ਪਰ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਮਤ ਮਾਰਗ ਵਧੀਆ ਨਿਰਮਲ ਬਣਾ ਕੇ ਤੋਰਿਆ, ਜਿਸ ਦੇ ਬਾਬਤ ਸ਼ਾਇਦ ਕਦੀ ਕੋਈ ਗੜਬੜ ਜੀ ਨਜ਼ਰ ਆਈ ਮਾਨਯੋਗ ਭਾਈ ਗੁਰਦਾਸ ਹੋਰਾਂ ਨੂੰ, ਤੇ ਉਹਨਾਂ ਨੇ ਆਖਿਆ ਧਿਆਨ ਰੱਖਿਓ ਜੇ ਤੁਸੀਂ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਏ, ਤਾਹਾਂ ਜੋ ਮਾਇਆ ਵਿਆਪੈ ਕਾਂ ਠਹਿਰਾਈਐ। ਇਨਸਾਨ ਮਨੁੱਖ ਧਰਮ ਸਥਾਨ ਤੇ ਗੁਰਦੁਆਰੇ ਕਿਉਂ ਜਾਂਦਾ ਹੈ, ਤਾਂ ਕਿ ਉੱਥੇ ਨਾ ਮਨ ਨੂੰ ਸ਼ਾਂਤੀ ਮਿਲੇ, ਮਨ ਦੇ ਵਿੱਚੋਂ ਕਮਜ਼ੋਰੀਆਂ ਨਿਕਲਣ, ਅੰਦਰ ਹਿਰਦਾ ਸਾਡਾ ਨਿਰਮਲ ਹੋਵੇ, ਰੱਬੀ ਗੁਣ ਸਾਡੇ ਅੰਦਰ ਆਉਣ। ਕਹਿੰਦੇ ਹੁਣ ਆ ਜਾਵੇ ਉਹ ਗੁਰਦੁਆਰੇ ਤੇ ਇੱਥੇ ਵੀ ਮਾਇਆ ਦਾ ਪ੍ਰਭਾਵ ਹੀ ਵੇਖੇ, ਧਨ ਦਾ ਪ੍ਰਭਾਵ ਵੀ ਦੇਖੇ, ਤੇ ਹਉਮੈ ਦਾ ਵਿਕਾਰਾਂ ਦਾ ਪ੍ਰਭਾਵ ਵੀ ਦੇਖੇ। ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਏ, ਇਹ ਹੁਣ ਜਾਏਗਾ ਕਿੱਥੇ? ਭਾਈ ਸਾਹਿਬ ਨੇ ਕਦੀ ਆਖਿਆ ਸੀ, ਸਾਨੂੰ ਅੱਜ ਇਹ ਗੱਲ ਨੂੰ ਇਸ ਢੰਗ ਦੇ ਨਾਲ ਨਾ ਧਿਆਨ 'ਚ ਰੱਖਣਾ ਚਾਹੀਦਾ ਹੈ
मैं वो पहली गल जी है जी कोआर्डीनेशन वाली तुसां ने पिछली बारी आखी सी ते हुण भी गल चल रही, मैं उन्होंने थोड़ा जिहा नेड़े लै आवां। मैं ये चाहुंदा कि प्रबंधक बनने वाले सज्जनां नूं गुरु प्रति समर्पित होकर चलना चाहिए है। अपनी हौमे नूं मत्था टेक देना चाहिए, गुरु नूं मत्था टेकना चाहिए, गुरु साहब नूं महाराज सच्चे पातशाह कोलों अगवाई लैके चलना चाहिए है। एक मत्था टेकना चाहिए हौमे नूं विदा करने वाला, दूजा मत्था गुरु नूं टेकना चाहिए समर्पित होने वाला। मैं गुरमत अनुसार चलांगा, मैं गुरु पंथ की रौह रीति के अनुसार चलांगा। तो उन्होंने आखे भाई तुसी साडे भाई हो, साडे तुसी भरा हो, साडे आके कोल बैठो, बराबर बैठो और श्री गुरु ग्रंथ साहब ते गुरु पंथ की मर्यादा इस नूं लैके तुसी चलो, इसका प्रचार करना तुसी भी करो तो असी भी करना, आप डट के करना, रल के करना है। एक गल एक मैं सुझाव देवां वो ये है, जिवें श्रोमणी कमेटी विच ना बुनियादी तौर पर यह गल हैगी, गुरुद्वारा एक्ट जिवें हुण इलैक्शन होके हटियां ने ते तुसीं तुहानूं पता ही है वो जिहड़ी मीटिंग होनी है उस दे विच चुने मैंबरां तो इलावा 6 जिहड़े ने 6 जने 6 सीटां ने उत्थे मैंबरां दियां जिहड़ियां एक्स ऑफिशियो मैंबर आखे जांदे ने, 5 तख्तां दे जथेदार, 1 दरबार साहब दे हैड ग्रंथी, ये मैंबर मन्ने जांदे ने। इन्हां नूं वोट पाउण तो रोक लिया गया भी जे वोट पाउण दा अधिकार देता तो खिच तू होवेगी, बिल्कुल है पार्टियां धड़े खिचणगे, चलो वो वोट नहीं पाउणगे जी, एक्स ऑफिशियो मैंबर होणगे, ये मैंबर होणगे लेकिन ये कार्रवाई विच हिस्सा लै सकते हैं, गल गलत हुंदी नूं रोक सकते हैं, कुछ भी कर सकते हैं, दखलअंदाजी कर सकते हैं। एक तरह का यह अधिकार मुढ़ले तौर पर तो हैगा गुरुद्वारा एक्ट विच, पर गुरुद्वारा श्रोमणी कमेटी के अधीन ही जिहड़े होर गुरुद्वारे जिन्हां दी लोकल कमेटियां बणियां होईयां ने उत्थे किसी ग्रंथी नूं अधिकार नहीं है। मैं ये चाहुंदा, मैं एक राय दिंदा, मैं राय दिंदा जिवें कि तुसां ने गल ध्यान विच लिआंदी है, इस गल नूं सोहणा जिहा बनाउण वास्ते की करना चाहिए है, कोआर्डीनेट आपस विच जिहड़ी सांझ है वो किवें धर्म की सांझ बन सके, उन्हां नूं ना बराबर बैठण दी दे अधिकारी बनाओ, बराबर बैठण की उन्होंने जाच सिखाओ, उन्होंने बराबर बैठण का एहसास करवाओ। तो कोई हर्ज नहीं होगा जे गुरुद्वारा कमेटियां जिहड़ियां ने मौजूदा जिवें चल रहा है सिस्टम, कमेटियां जिहड़ियां ने अपने ग्रंथी सिंह नूं एक्स ऑफिशियो मैंबर बना लैण दा विधानक तौर पर कि यह गुरुद्वारा कमेटी का मैंबर होएगा, धड़ा जिहड़ा मर्जी आवे, जिहड़ा मर्जी जावे, किसी भी कमेटी की जदों भी इलैक्शन होगी, जो भी कमेटी होगी, जो भी मीटिंग होगी, उस विच ये एक्स ऑफिशियो मैंबर हैं। उस नाल की होगा कि वो जिवें ना एक अपने आप नूं जिवें इत्थे लफ्ज़ वरतिया जाता है आम तौर पर फलाना बंदा हायर किया है, वो अपने आप को हायर किया ही ना समझे, ये समझेगा ये गुरुद्वारा मेरा है, गुरुद्वारे दे नाल जिहड़ी कम्यूनिटी जुड़ी हुई है, मेरा भाईचारा है, इन्हां दे दुख सुख विच भी मैं भाईवाल हाँ, साझीदार हाँ। और कुछ होर जिहड़े प्रिविलेजिज पदवी नाल जुड़े होने चाहिए ने, वो प्रिविलेजिज जिहड़े ने ना वो देने चाहिए ने। किहड़े? जिवें असीं रीसां करदे हां ईसाइयां दीयां, क्रिश्चियन प्रीस्ट वगैरह दीयां असीं रीसां करदे हां, कदी वेखीए तां असीं उन्हां दा प्रबंध किवें चलदा, कदी वेखे तां असीं ध्यान करके कि उन्हां दे प्रीस्ट जिहड़े ने वो किवें अधिकार रखदे ने और उन्हां दे रहण बहण दीयां सारियां थावां किहो जिहियां किवें बना के दित्तियां ने सारा कुछ। असीं जे 21वीं सदी दे विच बाकी कौमां दे असीं बराबर चलना चाहुंदे हां, असीं बराबर ਚੱਲਣ ਦਾ ਮਾਣ ਪ੍ਰਾਪਤ करना चाहते हैं, सानू जिहड़ियां चंगियां गल्लां ने उन्हां दी रीस कर लेनी चाहिए है।